Hello students, in this video we are going to discuss system design. What is the process of system design and what are the stages of system design. First of all, if we would talk about the definition of system design, it is a process that fill the gap between the problem domain and the existing system manageable way. ठीक है जी, ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਆਪਾਂ ਕੋਈ ਵੀ ਐਗਜ਼ਿਸਟਿੰਗ ਸਿਸਟਮ ਹੈ ਉਹਦੇ ਵਿੱਚ ਕੁਝ ਚੇਂਜਸ ਕਰਨੀਆਂ ਨੇ ਤਾਂ ਇਸ ਦੇ ਰਾਹੀਂ ਕੀ ਹੋਇਆ, ਜਦੋਂ ਆਪਾਂ ਡਿਜ਼ਾਈਨ ਬਣਾਉਂਦੇ ਹਾਂ ਤਾਂ ਉਸ ਦੇ ਰਾਹੀਂ ਇੱਕ ਜਿਹੜਾ ਗੈਪ ਹੁੰਦਾ ਹੈ ਕਿ ਪ੍ਰੋਬਲਮ ਦੀ ਕਈ ਵਾਰ ਡੈਫੀਨੇਸ਼ਨ ਸਮਝ ਨਹੀਂ ਆਉਂਦੀ ਹੁੰਦੀ ਜਾਂ ਜਿਹੜਾ ਐਗਜ਼ਿਸਟਿੰਗ ਸਿਸਟਮ ਉਹਨੂੰ ਆਪਾਂ ਕਿੱਦਾਂ ਮੈਨੇਜੇਬਲ ਵੇ ਦੇ ਵਿੱਚ ਆਪਾਂ ਉਹਨੂੰ ਰਨ ਕਰ ਸਕਦੇ ਹਾਂ, ਤਾਂ ਜਿਹੜੇ ਡਿਜ਼ਾਈਨ ਨੂੰ ਸਮਝ ਕੇ ਅੱਧੇ ਤੋਂ ਜ਼ਿਆਦਾ ਕਨਸੈਪਟ ਕਲੀਅਰ ਹੋ ਜਾਂਦਾ। ਫੋਰ ਐਗਜ਼ਾਮਪਲ कि ਆਪਾਂ ਕੋਈ ਘਰ ਬਣਾਉਣਾ ਹੈ ਤਾਂ ਕੰਸਟਰਕਸ਼ਨ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਉਹਦਾ ਡਿਜ਼ਾਈਨ ਤਿਆਰ ਕਰਦੇ ਹਾਂ ਤਾਂ ਡਿਜ਼ਾਈਨ ਦੇ ਵਿੱਚ ਆਪਾਂ ਨੂੰ ਪੂਰਾ ਆਈਡੀਆ ਆ ਜਾਂਦਾ ਹੈਗਾ ਕਿ ਪਰਟੀਕੂਲਰ ਜਿਹੜੀ ਆਪਾਂ ਸਟਰਕਚਰ ਬਣਾ ਰਹੇ ਹਾਂ ਉਹ ਕਿਸ ਤਰ੍ਹਾਂ ਦਾ ਹੋਏਗਾ। ਸੇਮ ਐਜ਼ ਇਟ ਇਜ਼ ਸੌਫਟਵੇਅਰ ਦੇ ਵਿੱਚ ਹੁੰਦਾ ਕਿ ਸੌਫਟਵੇਅਰ ਦਾ ਡਿਜ਼ਾਈਨ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਸਮਝ ਆ ਜਾਂਦੀ ਕਿ ਪ੍ਰੋਬਲਮ ਦਾ ਫਲੋ ਕਿਸ ਤਰ੍ਹਾਂ ਦਾ ਹੋਏਗਾ ਅਤੇ ਡਿਜ਼ਾਈਨ ਕਰਨ ਦੇ ਅਲੱਗ-ਅਲੱਗ ਮੈਥਡਸ ਹੁੰਦੇ ਹੈਗੇ। ਇਸ ਜਿਹੜੇ ਆਪਣਾ ਫੇਜ਼ ਹੈਗਾ, ਇਸ ਫੇਜ਼ ਦੇ ਵਿੱਚ ਆਪਾਂ ਹਾਊ ਟੂ ਇੰਪਲੀਮੈਂਟ ਦ ਸਿਸਟਮ, ਆਪਾਂ ਸਿਸਟਮ ਨੂੰ ਕਿਵੇਂ ਇੰਪਲੀਮੈਂਟ ਕਰਨਾ ਹੈ। SRS ਡਾਕੂਮੈਂਟ ਬੇਟਾ ਆਪਾਂ ਲਾਸਟ ਜਿਹੜਾ ਹੈਗਾ ਰਿਕੁਆਇਰਮੈਂਟ ਐਨਾਲਿਸਿਸ ਦੇ ਵਿੱਚ ਬਣਾ ਲੈਂਦੇ ਹਾਂ। ਇੱਕ ਜਦੋਂ ਰਿਕੁਆਇਰਮੈਂਟ ਕਲੈਕਟ ਕਰਦੇ ਹਾਂ ਉਹਨਾਂ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਆਪਾਂ ਸੌਫਟਵੇਅਰ ਰਿਕੁਆਇਰਮੈਂਟ ਸਪੈਸੀਫਿਕੇਸ਼ਨ ਡਾਕੂਮੈਂਟ ਬਣਾ ਦਿੰਦੇ ਹਾਂ। ਉਸ ਡਾਕੂਮੈਂਟ ਦੇ ਬੇਸ ਦੇ ਉੱਤੇ ਆਪਾਂ ਡਿਸੀਜ਼ਨ ਲੈਣੇ ਆ ਕਿ ਸਿਸਟਮ ਨੂੰ ਕਿੱਦਾਂ ਇਹਦੇ ਹੈਗੇ ਪਾਰਟ ਕਰਨੇ ਹੈਗੇ ਆ ਅਤੇ ਹਰ ਪਾਰਟ ਨੂੰ ਕਿੱਦਾਂ ਇੰਪਲੀਮੈਂਟ ਕਰਨਾ ਅਤੇ ਆਪਾਂ ਜਿਹੜੀਆਂ ਕੰਪਲੈਕਸ ਪ੍ਰੋਬਲਮਸ ਹੁੰਦੀਆਂ ਉਹਨਾਂ ਨੂੰ ਕਿੱਦਾਂ ਸੋਲਵ ਕਰਨਾ। ਇੱਕ ਲਾਰਜ ਪ੍ਰੋਬਲਮ ਨੂੰ ਸਬ ਡਿਵਾਈਡ ਕਰਕੇ ਸਬ ਪ੍ਰੋਬਲਮਸ ਦੇ ਵਿੱਚ ਅਤੇ ਫਿਰ ਉਹਨੂੰ ਸੋਲਵ ਕਰਨਾ ਅਤੇ ਉਹਨਾਂ ਦੇ ਕਲੈਕਟਿਵਲੀ ਰਿਜ਼ਲਟ ਆਪਾਂ ਮੇਨ ਆਬਜੈਕਟਿਵ ਨੂੰ ਅਚੀਵ ਕਰਨ ਵਾਸਤੇ ਯੂਜ਼ ਕਰਨੀ ਹੁੰਦੀ ਹੈ। ਤਾਂ ਸਿਸਟਮ ਡਿਜ਼ਾਈਨ ਵਾਸਤੇ ਸਭ ਨੂੰ ਪਹਿਲਾਂ ਆਪਾਂ ਜਿਹੜੇ ਆਪਣੇ ਗੋਲ ਹੈ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪੈਂਦਾ, ਸਿਸਟਮ ਨੂੰ ਡੀਕੰਪੋਜੀਸ਼ਨ ਕਰਨੀ ਪੈਂਦੀ ਹੈ, ਉਹਨੂੰ ਲਾਰਜ ਪ੍ਰੋਬਲਮ ਨੂੰ ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਪੈਂਦਾ। ਫਿਰ ਉਹਦੇ ਵਿੱਚ ਕਨਕਰੰਸੀ ਕੰਟਰੋਲ ਜਿਹੜਾ ਹੈਗਾ ਵੀ ਆਪਾਂ ਇੱਕ ਮੈਨੇਜ ਕਰਨਾ ਹੁੰਦਾ ਹੈਗਾ ਕਿ ਕੋਈ ਚੀਜ਼ ਰਿਪੀਟ ਤਾਂ ਨਹੀਂ ਹੋ ਰਹੀ, ਆਪਸ ਦੇ ਵਿੱਚ ਇੱਕ ਦੂਜੇ 'ਤੇ ਡਿਪੈਂਡੈਂਟ ਕਿੰਨੀ ਕੁ ਹੈਗੀ ਆ। ਫਿਰ ਆਪਾਂ ਦੇਖਦੇ ਹਾਂ ਕਿ ਪਰਟੀਕੂਲਰ ਜਿਹੜਾ ਮੋਡਿਊਲ ਉਹਦੇ ਵਾਸਤੇ ਕੀ ਕੀ ਹਾਰਡਵੇਅਰ ਆਪਾਂ ਨੂੰ ਚਾਹੀਦਾ ਹੁੰਦਾ ਉਹ ਐਲੋਕੇਟ ਕਰਾਉਣਾ। ਡਾਟਾ ਨੂੰ ਮੈਨੇਜ ਕਰਨਾ ਕਿ ਪਰਟੀਕੂਲਰ ਮੋਡਿਊਲ ਨੂੰ ਸੋਲਵ ਕਰਨ ਵਾਸਤੇ ਕਿਸ ਡਾਟਾ ਦੀ ਲੋੜ ਹੈਗੀ। ਹੋ ਸਕਦਾ ਹੈ ਕਿ ਇੱਕ ਤੋਂ ਜ਼ਿਆਦਾ ਮੋਡਿਊਲ ਇੱਕੋ ਹੀ ਸੇਮ ਡਾਟਾ ਨੂੰ ਅਸੈਸ ਕਰਦੇ ਹੋਣ, ਦੈਨ ਆਪਾਂ ਉੱਥੇ ਲੌਕਿੰਗ ਟੈਕਨੀਕ ਯੂਜ਼ ਕਰਦੇ ਹਾਂ। ਗਲੋਬਲ ਰਿਸੋਰਸਿਸ ਹੈਂਡ ਲੀਪ ਦੇ ਵਿੱਚ ਆਪਾਂ ਕੀ ਕਰਦੇ ਹਾਂ, ਜਿਹੜੇ ਰਿਸੋਰਸਿਸ ਆਪਣੇ ਕੋਲੇ ਇੱਕੋ ਲੈਵਲ ਦੇ ਉੱਤੇ ਪਏ ਆ ਉਹਨਾਂ ਨੂੰ ਕਿਵੇਂ ਐਲੋਕੇਟ ਕਰਨਾ ਹੈ। ਲਾਈਕ ਫਾਈਲਸ ਹੁੰਦੀਆਂ ਨੇ ਜਾਂ ਡਾਟਾ ਬੇਸਿਸ ਹੁੰਦੇ ਉਹ ਇੱਕੋ ਜਗ੍ਹਾ 'ਤੇ ਪਏ ਹੁੰਦੇ, ਸੈਂਟਰਲਾਈਜ਼ਡ ਹੁੰਦੇ, ਉਹਨਾਂ ਨੂੰ ਕਿਵੇਂ ਆਪਾਂ ਜਿਹੜਾ ਹੈਗਾ ਡਿਫਰੈਂਟ ਮੋਡਿਊਲਸ ਨੂੰ ਅਸਾਈਨ ਕਰਵਾਉਣਾ ਹੁੰਦਾ ਹੈਗਾ। ਸਿਸਟਮ ਨੂੰ ਕਿੱਦਾਂ ਇੰਪਲੀਮੈਂਟ ਕਰਨਾ, ਉਹਦਾ ਕੰਟਰੋਲ ਜਿਹੜਾ ਫਲੋ ਕਿੱਦਾਂ ਕੰਟਰੋਲ ਕਰਨਾ ਹੈ ਅਤੇ ਬਾਊਂਡਰੀ ਕੰਡੀਸ਼ਨਸ ਕੀ ਹੈਗੀ ਕਿ ਪਰਟੀਕੂਲਰ ਸਿਸਟਮ ਦਾ ਮੋਡਿਊਲ ਰਨ ਕਰਨ ਵਾਸਤੇ ਉਹਦੇ 'ਚ ਐਂਟਰ ਕਰਨ ਵਾਸਤੇ ਉੱਪਰ ਕੋਈ ਕੰਡੀਸ਼ਨ ਹੈਗੀ ਹੈ, ਜੇ ਸੈਟਿਸਫਾਈ ਹੋ ਗਈ ਦੈਨ ਇਹ ਪਰਟੀਕੂਲਰ ਮੋਡਿਊਲ ਰਨ ਹੋਏਗਾ, ਅਦਰਵਾਈਜ਼ ਨਹੀਂ ਹੋਏਗਾ। ਤਾਂ ਇਸ ਟਾਈਪ ਦਾ ਸਭ ਕੁਝ ਆਪਾਂ ਨੂੰ ਡਿਫਾਈਨ ਕਰਨਾ ਪੈਂਦਾ ਸਿਸਟਮ ਡਿਜ਼ਾਈਨ ਦੇ ਵਿੱਚ। ਸਿਸਟਮ ਡਿਜ਼ਾਈਨ ਦੇ ਵਿੱਚ ਕੀ ਹੁੰਦਾ ਹੈਗਾ ਕਿ ਸਭ ਨੂੰ ਪਹਿਲਾਂ ਇਨਪੁੱਟ, ਕਿ ਜਦੋਂ ਆਪਾਂ ਸਿਸਟਮ ਨੂੰ ਡਿਜ਼ਾਈਨ ਕਰਦੇ ਉਹਦੇ ਵਿੱਚ ਕੀ ਚੀਜ਼ਾਂ ਆਪਾਂ ਨੂੰ ਚਾਹੀਦੀਆਂ। ਸਟੇਟਮੈਂਟ ਆਫ ਵਰਕ, ਕੰਮ ਕਿਸ ਤਰ੍ਹਾਂ ਦਾ ਆਪਾਂ ਉਹਦੀ ਇੱਕ ਲਿਖਤੀ ਰੂਪ ਦੇ ਵਿੱਚ ਆਪਾਂ ਨੂੰ ਰਿਪੋਰਟ ਚਾਹੀਦੀ ਹੁੰਦੀ ਹੈ। ਰਿਕੁਆਇਰਮੈਂਟ ਕਿਹੜੀਆਂ ਹੈਗੀਆਂ ਉਹਨਾਂ ਨੂੰ ਡਿਟਰਮਾਈਨ ਕਰਨ ਦਾ ਕੀ ਪਲਾਨ ਆਪਾਂ ਅਡੋਪਟ ਕੀਤਾ ਹੈਗਾ, ਆਪਾਂ ਉਹ ਚੀਜ਼ ਦੇਖਾਂਗੇ। ਕਰੰਟ ਸਿਚੁਏਸ਼ਨ ਨੂੰ ਆਪਾਂ ਐਨਾਲਾਈਜ਼ ਕਰਾਂਗੇ, ਪਰਟੀਕੂਲਰ ਸਿਸਟਮ ਆਪਾਂ ਕਿਸ ਚੀਜ਼ ਵਾਸਤੇ ਬਣਾਇਆ ਹੈ ਅਤੇ ਇਹ ਆਪਣੇ ਇਨਪੁਟਸ ਹੋਣਗੇ ਡਿਜ਼ਾਈਨ ਕਰਨ ਵਾਸਤੇ। ਜੇ ਆਪਾਂ ਨੂੰ ਪਤਾ ਹੋਏਗਾ ਕਿ ਸਿਸਟਮ ਦਾ ਫਲੋ ਕਿਸ ਤਰ੍ਹਾਂ ਦਾ ਹੈ, ਕੀ ਰਿਕੁਆਇਰਮੈਂਟਸ ਨੇ, ਕੀ ਸਿਚੁਏਸ਼ਨਸ ਨੇ ਆਪਾਂ ਨੂੰ ਇਸ ਪ੍ਰੋਬਲਮ ਨੂੰ ਅਚੀਵ ਕਰਨ ਵਾਸਤੇ, ਇਹਨੂੰ ਹੈਂਡਲ ਕਰਨ ਵਾਸਤੇ, ਆਬਜੈਕਟਿਵ ਨੂੰ ਅਚੀਵ ਕਰਨ ਵਾਸਤੇ। ਕੰਸੈਪਚੁਅਲ ਮਾਡਲ ਕਿਹੋ ਜਿਹਾ ਹੈ, ਡਾਟਾ ਫਲੋ ਡਾਇਗਰਾਮ ਕਿਸ ਤਰ੍ਹਾਂ ਦੇ ਹੈ, ਰਿਸਪੌਂਸ ਸਿਸਟਮ, ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਡਾਟਾ ਦੇ ਅਗੇਂਸਟ ਜਿਹੜਾ ਡਾਟਾ ਆਪਾਂ ਨੂੰ ਚਾਹੀਦਾ ਹੁੰਦਾ, ਮੈਟਾ ਡਾਟਾ ਜਿਹਨੂੰ ਬੋਲਦੇ ਹਾਂ, ਡਾਟਾ ਅਬਾਊਟ ਡਾਟਾ ਬੋਲਦੇ ਹਾਂ, ਉਹ ਵੀ ਆਪਾਂ ਨੂੰ ਪਹਿਲਾਂ ਪ੍ਰੀ ਡਿਫਾਈਨ ਹੋਣਾ ਚਾਹੀਦਾ। ਉਸ ਤੋਂ ਬਾਅਦ ਆਪਾਂ ਡਿਜ਼ਾਈਨ ਫੇਜ਼ ਸਟਾਰਟ ਕਰਾਂਗੇ। ਯਾਨੀ SRS ਡਾਕੂਮੈਂਟ ਆਪਾਂ ਨੂੰ ਫੁੱਲ ਫਲੈਜ ਚਾਹੀਦਾ ਹੈ ਜਦੋਂ ਆਪਾਂ ਸਿਸਟਮ ਨੂੰ ਡਿਜ਼ਾਈਨ ਕਰਨਾ ਸ਼ੁਰੂ ਕਰਨਾ ਹੈ। ਨੈਕਸਟ ਹੈ ਆਊਟਪੁੱਟ ਕੀ ਅਚੀਵ ਹੋਣਗੇ। ਜਦੋਂ ਆਪਾਂ ਡਿਜ਼ਾਈਨ ਕੀਤਾ ਸਭ ਨਾਲੋਂ ਪਹਿਲਾਂ ਆਪਣੇ ਕੋਲੇ ਆਰਗੇਨਾਈਜੇਸ਼ਨ ਦਾ ਹੈਗਾ ਜਿਹੜਾ ਪ੍ਰਪੋਜ਼ ਆਪਣਾ ਸਿਸਟਮ ਹੈ ਉਹਦਾ ਇਨਫਰਾਸਟਰਕਚਰ ਆਪਣੇ ਸਾਹਮਣੇ ਆਏਗਾ ਕਿ ਐਕਚੁਅਲ ਦੇ ਵਿੱਚ ਉਹਦਾ ਬਲੂਪ੍ਰਿੰਟ ਕਿਸ ਤਰ੍ਹਾਂ ਦਾ ਹੋਏਗਾ। ਫਿਰ ਡਾਟਾ ਦਾ ਸਕੈਮਾ ਆਏਗਾ ਆਪਣੇ ਕੋਲੇ, ਰਿਲੇਸ਼ਨ ਸਕੈਮਾ ਦੇ ਵਿੱਚ ਕੀ ਹੁੰਦਾ ਹੈਗਾ ਜਿਹਦੇ ਵਿੱਚ ਆਪਣੀ ਟੇਬਲਸ ਬਣਦੇ, ਟੈਬੂਲਰ ਫਾਰਮੈਟ ਦੇ ਵਿੱਚ ਆਪਾਂ ਡਾਟਾ ਕਿੱਦਾਂ ਰੱਖਣਾ, ਕੀ ਉਹਦੇ ਫੀਲਡਸ ਨੇ ਅਤੇ ਉਹ ਫੀਲਡਸ ਦੇ ਵਿੱਚੋਂ ਆਪਾਂ ਇੱਕ ਦੂਜੇ 'ਤੇ ਡਿਪੈਂਡੈਂਟ ਫੀਲਡਸ ਕਿਹੜੇ ਨੇ। ਠੀਕ ਹੈ ਜੀ, ਜਦੋਂ ਆਪਾਂ ਰੈਸ਼ਨਲ ਜਿਹੜੇ ਜਿਹੜੇ ਇਹਨਾਂ ਦੇ ਹੈਗੇ ਕੌਂਸਟੈਂਟਸ ਅਪਲਾਈ ਕਰਦੇ ਹੋ, ਕੌਂਸਟੈਂਟ ਕਿੱਥੇ ਅਪਲਾਈ ਕਰਨੇ ਹੈ। ਮੈਟਾ ਡਾਟਾ ਨੂੰ ਇੱਕ ਟੇਬਲ ਦੀ ਫਾਰਮ ਦੇ ਵਿੱਚ ਡਿਫਾਈਨ ਕੀਤਾ ਜਾਂਦਾ ਜਿਹਦੇ ਵਿੱਚ ਟੇਬਲ ਬਣਾ ਲਓ, ਭਾਵੇਂ ਫਾਈਲਸ ਬਣਾ ਲਓ, ਕਾਲਮ ਬਣਾ ਲਓ, ਡਾਟਾ ਆਈਟਮ ਡਿਫਾਈਨ ਕਰ ਦਿਓ। ਠੀਕ ਹੈ ਜੀ, ਤਾਂ ਜਿਹੜਾ DFD ਆਪਾਂ ਬਣਾਉਂਦੇ ਹਾਂ, DFD ਦੇ ਵਿੱਚ ਆਪਣਾ ਪੂਰਾ ਫੁੱਲ ਫਲੈਜ ਐਕਸਪਲੇਨ ਹੁੰਦਾ ਕਿ ਆਈਡੈਂਟਿਟੀ ਕੀ ਹੈ, ਐਂਟਿਟੀ ਕੀ ਹੈ ਅਤੇ ਐਂਟਿਟੀ ਦੇ ਐਟਰੀਬਿਊਟਸ ਕੀ ਹੈਗੇ ਅਤੇ ਪਰਟੀਕੂਲਰ ਐਟਰੀਬਿਊਟ ਕਿੱਥੋਂ ਹੋ ਕੇ ਆਏਗਾ ਅਤੇ ਕਿਹੜੇ ਡਾਟਾਬੇਸ ਨੂੰ ਉਹ ਅਸੈਸ ਕਰੇਗਾ।
ਫੰਕਸ਼ਨ ਦੀ ਪੂਰੀ ਹਾਇਰਾਰਕੀ ਤੁਹਾਡੇ ਕੋਲੇ ਸਾਹਮਣੇ ਆ ਜਾਂਦੀ ਹੈ, ਕਿੱਦਾਂ ਉਹ ਗ੍ਰਾਫਿਕਲੀ ਰਿਪਰੈਜ਼ੈਂਟ ਹੋਏਗਾ, ਐਕਚੁਅਲ ਦੇ ਵਿੱਚ ਜਿਹੜਾ ਹੈਗਾ ਮੋਡਿਊਲ ਕਿਵੇਂ ਇੰਪਲੀਮੈਂਟ ਹੋਣਗੇ, ਪੂਰਾ ਪ੍ਰਪੋਜ਼ਡ ਸਿਸਟਮ ਜਿਹੜਾ ਸਿਸਟਮ ਤੁਸੀਂ ਬਣਾਉਂਦੇ ਹੋ ਉਹਦੀ ਪੂਰੀ ਦੀ ਪੂਰੀ ਬਲੂਪ੍ਰਿੰਟ ਇਹਦੇ ਨਾਲ ਡਿਜ਼ਾਈਨ ਦੇ ਨਾਲ ਆਪਣੇ ਸਾਹਮਣੇ ਆ ਜਾਂਦੀ ਹੈ। ਆਪਾਂ ਨੂੰ ਆਈਡੀਆ ਹੋ ਜਾਂਦਾ ਹੈ ਕਿ ਪਰਟੀਕੂਲਰ ਸਿਸਟਮ ਕਿਸ ਤਰ੍ਹਾਂ ਦਾ ਫਲੋ ਕਰੇਗਾ ਇਨਫੋਰਮੇਸ਼ਨ ਦਾ। ਸਿਸਟਮ ਡਿਜ਼ਾਈਨ ਕਿਹੜੇ ਹੁੰਦੇ, ਪਹਿਲਾ ਹੈਗਾ ਲੌਜੀਕਲ ਡਿਜ਼ਾਈਨ। ਲੌਜੀਕਲ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਇਨਪੁਟ ਕਿਹੜੇ ਆ, ਆਊਟਪੁੱਟ ਕਿਹੜੇ ਆ, ਡਾਟਾਬੇਸਿਸ ਕਿਹੜੇ ਆ, ਤੇ ਡਾਟਾ ਦਾ ਫਲੋ ਕਿਸ ਤਰ੍ਹਾਂ ਦਾ ਹੋਏਗਾ, ਕਿੱਦਾਂ ਇਹ ਯੂਜ਼ਰ ਦੀਆਂ ਰਿਕੁਆਇਰਮੈਂਟ ਨੂੰ ਮੈਟ ਕਰੇਗਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਆਪਾਂ ਡਿਫਾਈਨ ਕਰਦੇ ਦੈਟ ਇਜ਼ ਆਰ ਲੌਜੀਕਲ ਸਿਸਟਮ। ਜਿਹੜਾ ER ਡਾਇਗਰਾਮ ਆਪਾਂ DBMS ਦੇ ਵਿੱਚ ਵੀ ਕੀਤੇ ਸੀਗੇ, ਉਹ ਆਪਣੇ ਪੂਰੀ ਚੰਗੀ ਤਰ੍ਹਾਂ ਲੌਜਿਕ ਨੂੰ ਐਕਸਪਲੇਨ ਕਰਦੇ ਹੁੰਦੇ ਆ। ਦੂਸਰਾ ਹੁੰਦਾ ਫਿਜ਼ੀਕਲ ਡਿਜ਼ਾਈਨ। ਫਿਜ਼ੀਕਲ ਡਿਜ਼ਾਈਨ ਦੇ ਵਿੱਚ ਕੀ ਹੁੰਦਾ ਹੈਗਾ ਕਿ ਫਿਜ਼ੀਕਲ ਇੰਪਲੀਮੈਂਟੇਸ਼ਨ ਕਿੱਦਾਂ ਦੀ ਹੁੰਦੀ ਹੈ, ਫਿਜ਼ੀਕਲੀ ਇਨਪੁਟ ਕਿਹੜੇ ਮੀਡੀਆ ਦੇ ਰਾਹੀਂ ਆ ਰਿਹਾ, ਆਊਟਪੁੱਟ ਕਿਹੜੇ ਮੀਡੀਆ ਦੇ ਉੱਤੇ ਡਿਸਪਲੇ ਹੋ ਰਿਹਾ, ਡਾਟਾਬੇਸ ਨੂੰ ਕਿਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਕੀਤਾ ਗਿਆ ਹੈ, ਬੈਕਅਪ ਵਾਸਤੇ ਕੀ ਪ੍ਰੋਸੀਜਰ ਅਡਾਪਟ ਕੀਤਾ ਹੈਗਾ, ਠੀਕ ਹੈ, ਪਲਾਨ ਨੂੰ ਸਿਸਟਮ ਨੂੰ ਇੰਪਲੀਮੈਂਟ ਕਰਨ ਵਾਸਤੇ ਕੀ ਪਲਾਨ ਬਣਾਏ ਹੈਗੇ, ਠੀਕ ਹੈ ਜੀ, ਟੈਸਟ ਕੇਸ ਕਿੱਦਾਂ ਪਾਸ ਕਰਕੇ ਆਪਾਂ ਰਿਜ਼ਲਟ ਫਾਈਂਡ ਆਊਟ ਕਰਨੇ ਆ, ਹੋਰ ਕਿਹੜੇ ਨਵੇਂ ਰਿਕੁਆਇਰਮੈਂਟ ਦੀ ਲੋੜ ਹੈ, ਕਿਹੜੇ ਸੌਫਟਵੇਅਰ ਦੀ ਲੋੜ ਹੈਗੀ ਆ, ਉਹ ਸਾਰਿਆਂ ਦਾ ਆਪਾਂ ਫਿਜ਼ੀਕਲੀ ਆਪਾਂ ਜਿਹੜੀਆਂ ਚੀਜ਼ਾਂ ਐਗਜ਼ਿਸਟ ਕਰਦੀਆਂ ਆਪਾਂ ਨੂੰ ਸਾਹਮਣੇ ਦਿਖਦੀਆਂ ਹੁੰਦੀਆਂ, ਉਹ ਸਾਰੀਆਂ ਚੀਜ਼ਾਂ ਦਾ ਜਦੋਂ ਆਪਾਂ ਜਿਹੜਾ SRS ਡਾਕੂਮੈਂਟ ਦੇ ਅਕੋਰਡਿੰਗ ਇੱਕ ਲਿਸਟ ਬਣਾ ਲੈਂਦੇ ਹੈਗਾ ਕਿ ਜਾਂ ਆਪਾਂ ਡਾਇਗਰਾਮ ਬਣਾ ਲੈਣੇ ਕਿ ਇਹ ਚੀਜ਼ਾਂ ਆਪਾਂ ਨੂੰ ਰਿਕੁਆਇਰਡ ਹੋਣੀਆਂ, ਉਹਦੇ ਵਿੱਚੋਂ ਜਿਹੜੀਆਂ ਅਵੇਲੇਬਲ ਉਹਨਾਂ 'ਤੇ ਟਿਕ ਕਰ ਦਿਓ, ਜਿਹੜੀਆਂ ਅਵੇਲੇਬਲ ਨਹੀਂ ਉਹਨਾਂ ਨੂੰ ਮਾਰਕ ਕਰ ਦਿਓ ਕਿ ਇਹ ਨਵੀਆਂ ਪਰਚੇਸ ਕਰਨ ਦੀ ਲੋੜ ਹੈ। ਨੈਕਸਟ ਹੈਗਾ ਬੇਟਾ ਆਰਕੀਟੈਕਚਰਲ ਡਿਜ਼ਾਈਨ। ਆਰਕੀਟੈਕਚਰਲ ਡਿਜ਼ਾਈਨ ਦੇ ਵਿੱਚ ਜਸਟ ਸਿਸਟਮ ਦਾ ਆਰਕੀਟੈਕਚਰ ਹੁੰਦਾ ਹੈ। ਆਰਕੀਟੈਕਚਰ ਦੇ ਵਿੱਚ ਕੀ ਹੁੰਦਾ ਹੈਗਾ, ਜਸਟ ਆਪਾਂ ਡਿਜ਼ਾਈਨ ਦੇ ਉੱਤੇ ਫੋਕਸ ਕਰਨਾ ਹੁੰਦਾ ਹੈਗਾ, ਇੰਟਰਨਲ ਜਿਹੜੀਆਂ ਇਨਫੋਰਮੇਸ਼ਨ ਹੈਗੀਆਂ ਉਹ ਸਾਰੀਆਂ ਆਪਾਂ ਕੀ ਕਰਾਂਗੇ ਐਕਸਪਲੇਨ ਕਰਾਂਗੇ ਕਿ ਕਿਹੜੇ ਪਰਟੀਕੂਲਰ ਸਟਰਕਚਰ ਦਾ ਕਿਹਦੇ ਨਾਲ ਕਿਹੜੇ ਮੋਡਿਊਲ ਦਾ ਰਿਲੇਸ਼ਨਸ਼ਿਪ ਹੈ, ਕਿਹੜਾ ਮੋਡਿਊਲ ਕਿਸ ਦੇ ਉੱਤੇ ਡਿਪੈਂਡ ਕਰਦਾ ਹੈ। ਡਿਟੇਲ ਡਿਜ਼ਾਈਨ ਦੇ ਵਿੱਚ ਕੀ ਆਰਕੀਟੈਕਚਰਲ ਡਿਜ਼ਾਈਨ ਤੋਂ ਬਾਅਦ ਆਪਾਂ ਡਿਟੇਲ ਡਿਜ਼ਾਈਨ ਬਣਾਉਣੇ, ਹਰ ਇੱਕ ਮੋਡਿਊਲ ਦਾ ਡਿਜ਼ਾਈਨ ਬਣਾਉਣੇ, ਮੋਡਿਊਲ ਦੇ ਇੰਟਰਨਲ ਜਿਹੜੇ ਫੰਕਸ਼ਨਸ ਹੈ ਉਹਨਾਂ ਨੂੰ ਐਕਸਪਲੇਨ ਕਰਦੇ ਹਾਂ। ਕਨਸੈਪਚੁਅਲ ਡਿਜ਼ਾਈਨ ਦੇ ਵਿੱਚ ਆਪਾਂ ਕੀ ਕਰਦੇ ਹਾਂ, ਪਰਟੀਕੂਲਰ ਆਰਗੇਨਾਈਜੇਸ਼ਨ ਜਿਹੜੀ ਆਪਾਂ ਬਣਾਈ ਹੈ ਜਿਹੜੇ ਸਿਸਟਮ ਵਾਸਤੇ ਆਪਣੇ ਉਹਦਾ ਸਕੋਪ ਕੀ ਹੈਗਾ, ਠੀਕ ਹੈ ਜੀ, ਉਹ ਕਿੱਦਾਂ ਜਿਹੜਾ ਹੈਗਾ ਰਿਕੁਆਇਰਮੈਂਟ ਨੂੰ ਫੁੱਲਫਿਲ ਕਰੇਗੀ। ਮੇਨ ਏਮ ਇਹਦਾ ਕੀ ਹੁੰਦਾ ਹੈਗਾ ਕਿ ਜਿੰਨਾ ਚੰਗਾ ਐਕਸਪਲੇਨ ਹੋ ਸਕਦਾ ਹੈਗਾ ਤੁਹਾਡੇ ਸਿਸਟਮ ਨੂੰ ਉਹਨਾਂ ਚੰਗਾ ਐਕਸਪਲੇਨ ਕੀਤਾ ਜਾਵੇ। ਹੁਣ ਇਹਦੇ ਵਿੱਚ ਕੀ ਚੀਜ਼ ਹੁੰਦੀ ਹੈ ਜਿਹਦੇ ਨਾਲ ਆਪਾਂ ਐਕਸਪਲੇਨ ਕਰ ਸਕਦੇ, ਪਹਿਲਾ ਹੈਗਾ ER ਡਾਇਗਰਾਮ, ਠੀਕ ਹੈ ਜੀ। ER ਡਾਇਗਰਾਮ ਦੇ ਨਾਲ ਆਪਾਂ ਐਂਟੀਟੀ ਹੁੰਦੀ ਬੇਟਾ ਆਪਣੀ ਟੇਬਲ ਦੇ ਵਿੱਚ ਹੁਣ ਜਿਵੇਂ ਵੈਂਡਰ ਦੀ ਟੇਬਲ ਬਣਾਤੀ, ਆਈਟਮ ਦੀ ਟੇਬਲ ਬਣਾਤੀ, ਸਟੂਡੈਂਟ ਦੀ ਟੇਬਲ ਬਣਾਤੀ, ਕੋਰਸ ਵਰਕ ਦੀ ਟੇਬਲ ਬਣਾਤੀ ਹੈ, ਟੀਚਰਸ ਦੀ ਟੇਬਲ ਬਣਾਤੀ ਹੈ। ਦੂਜਾ ਇੱਕ ਐਂਟੀਟੀ ਦਾ ਦੂਜੀ ਐਂਟੀਟੀ ਦੇ ਨਾਲ ਰਿਲੇਸ਼ਨਸ਼ਿਪ ਕੀ ਹੈ, ਕਿਵੇਂ ਇੱਕ ਦੂਜੇ ਦੇ ਉੱਤੇ ਡਿਪੈਂਡ ਕਰਦੀਆਂ। ਫਿਰ ਆਪਾਂ ਉਹਦੇ ਐਟਰੀਬਿਊਟ ਕਿ ER ਜਿਹੜੀ ਆਪਣੀ ਐਂਟੀਟੀ ਹੈ, ਐਂਟੀਟੀ ਦੇ ਐਟਰੀਬਿਊਟ ਕਿਹੜੇ ਜਿਵੇਂ ਸਟੂਡੈਂਟ ਦਾ ਹੈਗਾ ਸਟੂਡੈਂਟ ID ਹੈ, ਕਲਾਸ ਹੈ, ਰੋਲ ਨੰਬਰ ਹੈ, ਡਿਪਾਰਟਮੈਂਟ ਹੈ, ਉਸ ਤੋਂ ਬਾਅਦ ਉਹਦਾ ਅੱਗੇ ਫੋਨ ਨੰਬਰ ਹੈ, ਦੀਜ਼ ਆਰ ਦਾ ਐਟਰੀਬਿਊਟਸ ਆਫ ਐਨੀ ਐਂਟੀਟੀ, ਠੀਕ ਹੈ ਜੀ। ਫਿਰ ਫਾਈਲ ਆਰਗੇਨਾਈਜੇਸ਼ਨ ਆਉਂਦਾ ਹੈਗਾ, ਠੀਕ ਹੈ, ਜਦੋਂ ਆਪਾਂ ਐਂਟੀਟੀ ਦੇ ਵਿੱਚ ਬਣਾ ਸਕਦੇ ਹੈਗੇ ਇਸ ਤਰ੍ਹਾਂ ਡਾਇਗਰਾਮ ਨਾਲ ਐਕਸਪਲੇਨ ਕਰ ਸਕਦੇ। ਦੂਜਾ ਮੈਥਡ ਹੈ ਕਿ ਆਪਾਂ ਇਹਨੂੰ ਫਾਈਲ ਆਰਗੇਨਾਈਜੇਸ਼ਨ ਤਰੀਕੇ ਨਾਲ ਬਣਾਈਏ। ਫਾਈਲ ਕਿਹੜੀ ਹੁੰਦੀ ਹੈ ਕਿ ਜਿਹਦੇ ਵਿੱਚ ਆਪਾਂ ਰਿਕਾਰਡ ਸਟੋਰ ਕਰਕੇ ਰੱਖਦੇ ਹਾਂ। ਫਾਈਲ ਜਿਹੜੀਆਂ ਅਸੈਸ ਕੀਤੀਆਂ ਜਾਂਦੀਆਂ ਆਪਣੇ ਕੋਲੇ 4 ਮੈਥਡ ਹੈ, ਸੀਰੀਅਲ ਅਸੈਸ ਹੁੰਦਾ, ਸਿਕੁਐਂਸ਼ੀਅਲ ਹੈ, ਡਾਇਰੈਕਟ ਅਸੈਸ ਹੈ, ਇੰਡੈਕਸ ਅਸੈਸ ਹੈ। ਸੀਰੀਅਲ ਅਸੈਸ ਦੇ ਵਿੱਚ ਕੀ ਹੈਗਾ, ਕ੍ਰੋਨਿਕਲ ਆਰਡਰ ਦੇ ਵਿੱਚ ਡਾਟਾ ਸਟੋਰ ਹੁੰਦਾ ਹੈਗਾ, ਇਹਦੇ ਵਿੱਚ ਤੁਸੀਂ ਇੱਕ ਇੱਕ ਕਰਕੇ ਡਾਟਾ ਅਸੈਸ ਕਰ ਸਕਦੇ, ਜਿਵੇਂ ਟੈਲੀਫੋਨ ਡਾਇਰੈਕਟਰੀ ਆ ਉਹਦੇ ਵਿੱਚ ਤੁਹਾਡਾ ਕ੍ਰੋਨਿਕਲ ਫਾਰਮ ਦੇ ਵਿੱਚ ਡਾਟਾ ਸਟੋਰ ਹੁੰਦਾ ਹੈਗਾ ਐਲਫਾਬੈਟਿਕ ਆਰਡਰ। ਸਿਕੁਐਂਸ਼ੀਅਲ ਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਾਂ ਡਾਟਾ ਨੂੰ ਅਸੈਸ ਕਰਦੇ ਹਾਂ ਰਿਕਾਰਡ, ਜਿਵੇਂ ਟੈਲੀਫੋਨ ਦੇ ਵਿੱਚ ਰਿਕਾਰਡ ਆਪਾਂ ਰੱਖਣੇ ਹੈਗੇ ਆ, ਮੰਨ ਲਓ ਕਿ ਮੈਂ ਆਪਣੇ ਫੋਨ ਦੇ ਵਿੱਚ ਕਿੰਨੇ ਕਾਲਸ ਕੀਤੀਆਂ ਨੇ, ਕਾਲ ਦਾ ਰਿਕਾਰਡ ਰੱਖਣਾ ਹੈ, ਤਾਂ ਉਹ ਮੇਰਾ ਕ੍ਰੋਨਿਕਲ ਆਰਡਰ ਹੋਏਗਾ। ਜਿਸ ਟਾਈਮ ਤੇ ਕਾਲ ਕੀਤੀ ਸਾਰਿਆਂ ਨਾਲੋਂ ਪਹਿਲਾਂ ਉਹ, ਫਿਰ ਉਸ ਤੋਂ ਬਾਅਦ ਕਾਲ ਕੀਤੀ, ਉਸ ਤੋਂ ਬਾਅਦ ਫਿਰ ਨੈਕਸਟ ਕਾਲ ਕੀਤੀ, ਜਿਹੜੀ ਲੇਟੈਸਟ ਕਾਲ ਕੀਤੀ ਉਹ ਸਾਰਿਆਂ ਨਾਲੋਂ ਉੱਪਰ ਹੋਏਗੀ, ਠੀਕ ਹੈ ਜੀ। ਸੇਮ ਐਜ਼ ਇਟ ਇਜ਼ ATM ਦੇ ਟ੍ਰਾਂਜੈਕਸ਼ਨ, ਮੈਂ 1 ਤਰੀਕ ਨੂੰ ਆਹ ਟ੍ਰਾਂਜੈਕਸ਼ਨ ਕੀਤੀ, 2 ਨੂੰ ਇਹ ਕੀਤੀ, 3 ਕੀਤੀ, ਕ੍ਰੋਨਿਕਲ ਆਰਡਰ ਦੇ ਵਿੱਚ। ਸਿਕੁਐਂਸ਼ੀਅਲ ਦੇ ਵਿੱਚ ਕੀ ਹੋਏਗਾ, ਜਿਹੜਾ ਆਪਾਂ ਐਲਫਾਬੈਟਿਕ ਆਰਡਰ ਦੇ ਵਿੱਚ ਸੋਰਟ ਕਰਕੇ ਲਾ ਦਿੰਦੇ, ਜਿਨ੍ਹਾਂ ਨੂੰ ਅਸੈਸ ਕਰਨਾ ਈਜ਼ੀ ਹੋ ਜਾਂਦਾ ਹੈ। ਡਾਇਰੈਕਟ ਅਸੈਸ ਦੇ ਵਿੱਚ ਕੀ ਹੈ, ਜਿਵੇਂ ਆਪਣੇ ਕੋਲੇ CD ਹੁੰਦੀ ਹੈ, CD ਦੇ ਵਿੱਚ ਜਦੋਂ ਆਪਾਂ ਡਾਟਾ ਅਸੈਸ ਕਰਨਾ ਹੁੰਦਾ ਆਪਾਂ ਡਾਇਰੈਕਟ ਉਸੇ ਟਰੈਕ ਤੇ ਜਾ ਸਕਦੇ ਹਾਂ ਜਿਹੜੇ ਟਰੈਕ ਨੂੰ ਆਪਾਂ ਸੁਣਨਾ ਹੁੰਦਾ, ਜਿਹਨੂੰ ਆਪਾਂ ਪਲੇ ਕਰਨਾ ਹੁੰਦਾ। ਡਾਇਰੈਕਟ ਅਸੈਸ ਦੇ ਵਿੱਚ ਤੁਸੀਂ ਉਸੇ ਫਾਈਲ ਦੇ ਉੱਤੇ ਡਾਇਰੈਕਟਲੀ ਜਾ ਸਕਦੇ ਹੋ, ਉਸੇ ਰਿਕਾਰਡ ਦੇ ਉੱਤੇ ਡਾਇਰੈਕਟਲੀ ਜਾ ਸਕਦੇ ਹੋ ਵਿਦਆਊਟ ਰਨ ਦਾ ਪ੍ਰੀਵੀਅਸ ਰਿਕਾਰਡ ਨੂੰ। ਹੁਣ ਜਿਵੇਂ ਆਪਾਂ ਮੈਗਨੈਟਿਕ ਡਿਸਕ ਤੇ ਟੇਪ ਇਹਦਾ ਬੈਸਟ ਐਗਜ਼ਾਮਪਲ ਹੈ, ਜਿਹੜੀਆਂ ਟੇਪ ਹੁੰਦੀਆਂ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਆਪਾਂ ਜਦੋਂ ਗਾਣੇ ਸੁਣਨੇ ਸੀਗਾ ਤਾਂ ਉਹਦੇ ਵਿੱਚ ਕੀ ਹੈ, ਜਿਹੜਾ ਆਪਾਂ ਲਾਸਟ ਵਾਲਾ ਰਿਕਾਰਡ ਅਗਰ ਆਪਾਂ ਰਨ ਕਰਨਾ ਹੁੰਦਾ ਸੀ, ਪਲੇ ਕਰਨਾ ਹੁੰਦਾ ਸੀ, ਤਾਂ ਆਪਾਂ ਨੂੰ ਪਹਿਲਾਂ ਵਾਲੇ ਜਿਹੜੇ ਰਿਕਾਰਡ ਹੈ ਉਹ ਵੀ ਪਲੇ ਕਰਨੇ ਪੈਂਦੇ ਸੀ, ਉਹ ਆਪਾਂ ਫਾਸਟ ਫਾਰਵਰਡ ਕਰ ਦਿੰਦੇ ਹੁੰਦੇ ਸੀਗੇ, ਠੀਕ ਹੈ ਜੀ। ਬਟ ਪਲੇ ਤਾਂ ਹੁੰਦੇ ਸੀ, ਬਟ ਹੁਣ ਜਦੋਂ CD ਪਾਉਂਦੇ ਆ ਤਾਂ ਆਪਾਂ 10 ਨੰਬਰ ਬਟਨ ਪ੍ਰੈਸ ਕਰਦੇ ਨੇ ਤੇ ਡਾਇਰੈਕਟਲੀ 10 ਨੰਬਰ ਵਾਲਾ ਜਿਹੜਾ ਹੈਗਾ ਗਾਣਾ ਪਲੇ ਹੋ ਜਾਂਦਾ ਹੈਗਾ। ਇਹਨੂੰ ਆਪਾਂ ਡਾਇਰੈਕਟ ਅਸੈਸ ਬੋਲਦੇ ਹਾਂ। ਇੰਡੈਕਸ ਅਸੈਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਹਾਡਾ ਬਹੁਤ ਕੰਪਲੈਕਸ ਡਾਟਾ ਹੈ,
बहुत ह्यूज अमाउंट ऑफ डाटा है, तो उन्होंने असैस करने वास्ते आप एक इंडैक्स बना दें। फॉर एग्जाम्पल तुहाडे कोल बुक है, बुक के सामने इंडैक्स बने होंगे, इंडैक्स के राही तुसीं कोई भी टॉपिक लभना ईजीली लभ जाता है, उसकी बजाय तुसीं एक एक पेज परत के लभो, सेम इंडैक्स बन जाते तुहाडे डाटा के, फाइलों के इंडैक्स बन जाते। फाइल में असैस करने के मैथड होंगे सीक्वेंशियल असैस ते डायरैक्ट असैस। जो मैं तुहानूं दस दिता है कि तुहानूं सीक्वेंशियल असैस दे विच जिहड़ी चीज़ तुहानूं नहीं चाहिए वो भी तुसीं अपना रन करके फिर लास्ट अपने उस रिकॉर्ड ते जांदे हो जिहड़ा तुसीं रन करना हुंदा है। बट डायरैक्ट असैस दे विच सीट दे विच तुसीं डायरैक्टली वही असैस कर सकते हो। ठीक है जी। फाइल ऑर्गेनाइजेशन दे विच फाइलां किन्ने तरह दी होंदियां। पहली हैगी मास्टर फाइल, जिहदे विच सारी इनफॉर्मेशन हुंदी है। टेबल फाइल उस फाइल दे विच आपां सिलैक्टेड डाटा रख दें, टेबलर फॉर्मेट दे विच डाटा रख दें। ट्रांजैक्शन फाइल दे विच जिन्हां फाइलों के उत्ते आपां अपडेशन कीतियां, प्रोसैस कीती है जां उन्हां दे विच चेंजिस कीतियां ने, उन्हां नूं ट्रांजैक्शन फाइल्स बोलते हैं। टैंपरेरी फाइल्स होंदियां कि जदों आपां सिस्टम की जरूरत होंदी है तो आपां नूं ओरिजिनल फाइल नहीं मिलती, उहदी एक कॉपी जनरेट होकर अपने कोल आउंदी है। मिरर फाइल होंदी है किसी भी, जे हुण आपां मान लो किसी नूं सेंड करना है कोई रिकॉर्ड, तो आपां अपनी ओरिजिनल फाइल नहीं सेंड करते, जदों आपां सेंड करते हैं तो उहदी एक कॉपी जनरेट होकर जिहड़ी मिरर फाइल उन्हां कोल जाती है। ठीक है जी। उस तो बाद लॉग फाइल है, लॉग फाइल दे विच आपां रिकॉर्ड रखने हुंदे हैगे कि किहड़े चेंजिस मास्टर फाइल दे विच कीते गए हैं। ये भी क्रॉनिकल ऑर्डर दे विच हुंदे है कि 1 तरीक नूं रिकॉर्ड चेंज होया, 2 तरीक नूं ये वाला, 3 तरीक नूं इस तरीके नाल डेट वाइज रिकॉर्ड रखे जाते हैं। अचीव फाइल दे विच की हुंदा है, आर्चीव फाइल दे विच जे बाय चांस अपनियां फाइलां करप्ट हो जान, डिस्ट्रॉय हो जान, तो उन्हां दा बैकअप एक जगह ते रखा जाता है। बैकअप का मतलब की हुंदा है कि फ्यूचर दे विच जे कोई डाटा डिस्क डैमेज होगी तो बैकअप के राही तुसीं रिकवर कर सकते हैं अपनी फाइल नूं। ठीक है जी। नैक्सट है कि डॉक्यूमेंटेशनल कंट्रोल। डॉक्यूमेंटेशन कंट्रोल दे विच की हुंदा है कि जदों आपां इनफॉर्मेशन कोई भी स्टोर करते हैं, आपां सिस्टम डिज़ाइन करते हैं, तो उहदा एक डॉक्यूमेंट जरूर बनाना पैंदा है। ठीक है जी। डिज़ाइनिंग परपज़ वास्ते आपां एक डॉक्यूमेंट क्रिएट करते हैं। डॉक्यूमेंट करन दा काम की हुंदा हैगा कि इहदे नाल तुहाडा घੱਟ टाइम लगदा है, स्पीडली टास्क परफॉर्म हो जाते हैं, इहदे विच पूरी दी पूरी सिस्टम की डिटेल हुंदी है। हुण आपां डॉक्यूमेंटेशन प्रोग्राम दे विच क्यों करते हैं, क्योंकि जोड़ा भी बंदा इस नाल कम्यूनीकेट करेगा वो बंदा ईजीली अंडरस्टैंड कर सके, हर टाइप की जिहड़ी हैगी है नॉलेज उन्होंने मिल सके। कमेंट सैक्शन दे विच तुहानूं आइडिया हो जाएगा कि पर्टिकुलर प्रोग्राम काहदे बारे है। सेम एज इट इज़ जो तुसीं डिज़ाइन बनाउंदे, डिज़ाइन की डॉक्यूमेंटेशन जरूरी हुंदी है। डॉक्यूमेंटेशन दे नाल की हुंदा हैगा, डॉक्यूमेंटेशन दे नाल तुहानूं आइडिया हो जाता है कि किहड़ी जगह के उत्ते सिस्टम का की एक्शन परफॉर्म हो रहा है। एक्शन परफॉर्म करने के लिए सब नाल पहला तुहानूं की हुंदा हैगा उत्थे डिस्क्राइब किया होना चाहिए, ताकि तुसीं पर्टिकुलर जिहड़ी हैगी आ उहदे फंक्शनस बारे पूरी नॉलेज तुहानूं मिल जाए। डॉक्यूमेंटेशन किन्ने तरह का होंदा। पहला हैगा प्रोग्राम का डॉक्यूमेंटेशन। ये मैं तुहानूं दसता कि जो छोटा जिहा प्रोग्राम लिखते हैं, मॉड्यूल लिखते हैं, वो बारे तुसीं डिटेल लिख दो, कमेंट लिख दो भी कित्थे इनपुट हो रहा है, कित्थे आउटपुट जनरेट हो रहा है, कित्थे कोई एक्शन परफॉर्म हो रहा है, कित्थे लूप लग रहा है। सिस्टम डॉक्यूमेंटेशन कि सिस्टम का डिज़ाइन आपां तैयार किया है, वो सिस्टम के फ्लो कित्थे किहड़ा फ्लो हो रहा है, कित्थे किहड़ी एंटिटी रन हो रही है। कमेंट लिखने हैं कि साइड के उत्ते जिहदे नाल तुहानूं आइडिया हो जाएगा कि सिस्टम किदां दा है। समझाउणा सौखा, जनरल इंग्लिश दे विच लिखिया जाता है, क्योंकि कई बार टैक्नीकल लैंगुएज समझ नहीं आती, तो डॉक्यूमेंटेशन जे कीता पिया प्रॉपरली तुहानूं समझ आ जाता है। ठीक है जी। उस तो बाद ऑपरेशनल डॉक्यूमेंटेशन, किहड़े ऑपरेशनस कित्थे परफॉर्म हो रहे हैं, किदां वो अचीव करने, किदां दी इनपुट देनी है इन्हों। यूजर डॉक्यूमेंटेशन दे विच की हैगा कि जो यूजर नूं तुहानूं एक्सप्लेन करना पवे कि यूजर नूं किदां अंडरस्टैंड करवाउणा है, उन्हां लई कोई मैनुअल बना के देना हैगा, जां तुसीं किस तरह का कोई होर सिस्टम तुसीं रखिया हैगा। ठीक है जी। तो ये हैगी अपनी डॉक्यूमेंटेशन। ठीक है जी। डॉक्यूमेंटेशन दे विच जिहड़े मैं मेन पॉइंट तुहाडे लिख दिते हैगे आ, इन्हां नूं रीड कर लो। एक्सप्लेनेशन सिंपल हैगी है कि सिस्टम बारे नॉलेज देनी, सिस्टम डॉक्यूमेंटेशन, प्रोग्राम बारे नॉलेज देनी, प्रोग्राम डॉक्यूमेंटेशन, ऑपरेशन बारे नॉलेज देनी, ऑपरेशन डॉक्यूमेंट, तो यूजर नूं मैनुअल प्रोवाइड करना, दैट इज़ यूजर डॉक्यूमेंटेशन। ठीक है जी। तरह की आपां डॉक्यूमेंटेशन करते जदों आपां सिस्टम की डिज़ाइनिंग करते हैं। Okay बच्चे, thank you so much for watching the video. If you have any problem you can call me or you can send text on WhatsApp number. Thank you so much.